Good afternoon, dear students. How are all of you? I hope that all of you will be fine. So today we are going to discuss the another topic which is also important one, and topic is the transfer of shares. So transfer of shares. In the previous lectures, we have made study on the nature of the property that is in the form of the shares. So far as the shares are concerned, as well as the debentures, these are the movable property. We have also make a reference to the Sale of Goods Act, in which the stocks and shares are also included within the area of movable property. ठीक है जी। ਇਹ ਜੋ ਸ਼ੇਅਰਸ ਨੇ ਇਹ ਚੱਲ ਸੰਪत्ति ਦਾ ਰੂਪ ਹੈ। ਠੀਕ ਹੈ ਜੀ, ਚੱਲ ਸੰਪत्ति ਦਾ ਰੂਪ ਹੈ। ਦੂਜੇ ਪਾਸੇ ਇੱਕ ਪ੍ਰਾਪਰਟੀ ਦੀ ਕਿਸਮ ਹੁੰਦੀ ਹੈ ਅਚਲ। ਠੀਕ ਹੈ ਜੀ, ਇਹ ਅਚਲ ਪ੍ਰਾਪਰਟੀ ਨਹੀਂ ਹੈ ਬਲਕਿ ਚੱਲ ਪ੍ਰਾਪਰਟੀ ਹੈ ਜਿਹਨੂੰ ਕਿ ਇੱਕ ਪਰਸਨ ਤੋਂ ਦੂਜੇ ਨੂੰ ਵੇਚਿਆ ਜਾ ਸਕਦਾ ਹੈ, ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਪਰ ਇਹਦੀ ਜਿਹੜੀ ਕਿਸਮ ਹੈਗੀ ਹੈ, ਇਹਦੀ ਜਿਹੜੀ ਨੇਚਰ ਹੈਗੀ ਹੈ, ਇਹ ਇੱਕ ਬੜੀ ਯੂਨੀਕ ਕਿਸਮ ਦੀ ਹੈਗੀ ਆ। ਠੀਕ ਹੈ ਜੀ, ਬੜੀ ਅਦਭੁਤ ਕਿਸਮ ਦੀ ਆਪਾਂ ਇਹਨੂੰ ਪ੍ਰਾਪਰਟੀ ਕਹਿ ਸਕਦੇ ਹਾਂ, ਜਿਹਨੂੰ ਟ੍ਰਾਂਸਫਰ ਕਰਨ ਦੇ ਲਈ ਇੱਕ ਪਰਸਨ ਤੋਂ ਦੂਜੇ ਨੂੰ ਇਸ ਪ੍ਰਾਪਰਟੀ ਨੂੰ ਵੇਚਣ ਦੇ ਲਈ ਜਾਂ ਟ੍ਰਾਂਸਫਰ ਕਰਨ ਦੇ ਲਈ ਸਾਨੂੰ ਡਾਕੂਮੈਂਟ ਦੀ ਲੋੜ ਪੈਂਦੀ ਹੈ। ਠੀਕ ਹੈ, ਸਧਾਰਨ ਰੂਪ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਪ੍ਰਾਪਰਟੀ ਇਮੂਵੇਬਲ ਹੈ, ਅਚਲ ਸੰਪत्ति ਹੈ, ਉਸੇ ਨੂੰ ਹੀ ਡਾਕੂਮੈਂਟ ਦੇ ਰਾਹੀਂ ਆਪਾਂ ਟ੍ਰਾਂਸਫਰ ਕਰਨ ਦੀ ਗੱਲ ਕਰਦੇ ਹੁੰਦੇ ਹਾਂ। ਠੀਕ ਹੈ ਜੀ, ਉਸੇ ਨੂੰ ਪ੍ਰਾਪਰਟੀ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ ਕਿਸੇ ਡਾਕੂਮੈਂਟ ਦੀ ਸਹਾਇਤਾ ਦੇ ਨਾਲ, ਕਿਸੇ ਦਸਤਾਵੇਜ਼ ਦੀ ਸਹਾਇਤਾ ਦੇ ਨਾਲ। ਪਰ ਇਹ ਕਿਉਂਕਿ ਇਸ ਤਰ੍ਹਾਂ ਦੀ ਪ੍ਰਾਪਰਟੀ ਹੈ ਕਿ ਜਿਹਦੀ ਨੇਚਰ ਬੜੀ ਪੈਕਿਊਲਰ ਹੈ, ਬੜੀ ਯੂਨੀਕ ਹੈ, ਸੋ ਦੈਟਸ ਵਾਈ ਇਟਸ ਰਿਕੁਆਇਰਸ the transfer of shares requires that it should be supported by the documents, okay, that are the in the nature of the instruments. Okay, so unless and until it has not been supported by the documents, it will not create any right in the transfer of the property. To be a valid, it must be supported by the proper instruments, okay, that are contained under section number 56 of the Companies Act of the 2013 2013 ਦਾ ਜਿਹੜਾ ਐਕਟ ਹੈਗਾ ਕੰਪਨੀ ਲਾਅ ਦਾ, ਇਹਦੇ ਵਿੱਚ ਸਾਨੂੰ ਸੈਕਸ਼ਨ 56 ਦੇ ਰੂਪ ਦੇ ਵਿੱਚ ਕੁਛ ਜ਼ਰੂਰੀ ਸ਼ਰਤਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਲਾਜ਼ਮੀ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਅਸੀਂ ਟ੍ਰਾਂਸਫਰ ਆਫ ਪ੍ਰਾਪਰਟੀ ਨੂੰ ਟ੍ਰਾਂਸਫਰ ਆਫ ਸ਼ੇਅਰਸ ਨੂੰ ਇੱਥੇ ਦੂਜੇ ਨੂੰ ਵੇਚ ਸਕੀਏ। ਸੋ ਪ੍ਰਾਪਰਟੀ ਨੂੰ ਯਾਨੀ ਕਿ ਸ਼ੇਅਰਸ ਨੂੰ ਇਸ ਤੋਂ ਪਹਿਲਾਂ ਵੀ ਆਪਾਂ ਦੂਜੇ ਪਰਸਨ ਨੂੰ ਸੇਲ ਕਰੀਏ, ਵੇਚੀਏ, ਵੈਲਿਡ ਟ੍ਰਾਂਸਫਰ ਬਣਾਈਏ। ਠੀਕ ਹੈ ਜੀ, ਉਹ ਵੈਲਿਡ ਟ੍ਰਾਂਸਫਰ ਤਾਂ ਹੀ ਪੋਸੀਬਲ ਹੈ ਜੇਕਰ ਆਪਾਂ ਸੈਕਸ਼ਨ 56 ਨੂੰ ਕੰਪਲਾਈ ਕਰ ਲੈਂਦੇ ਹਾਂ, ਉਹਦੇ ਅਨੁਸਾਰ ਪ੍ਰਾਪਰਟੀ ਨੂੰ ਟ੍ਰਾਂਸਫਰ ਕਰਦੇ ਹਾਂ। ਠੀਕ ਹੈ ਜੀ, ਦੈਟ ਇਜ਼ ਦੀ ਪ੍ਰਾਪਰਟੀ ਇਨ ਦੀ ਫੋਰਮ ਆਫ ਸ਼ੇਅਰਸ। ਓਕੇ, so section 44 of the Companies Act provides that the shareholders are free to transfer their shares in the manner prescribed by this act as well as by the articles of the association of the company. So transfer of shares may be made, but it should have to comply section 56, okay, as well as the provisions of the articles of the association. So article of association as well as the provisions of section 56 are mandatory in nature to be complied before any valid transfer of the shares is to be made to any other person. Okay, ਹੁਣ ਅੱਗੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੀ ਪ੍ਰਾਪਰਟੀ ਦੀ ਜਿਹੜੀ ਇਹ ਸ਼ੇਅਰ ਦੀ ਟ੍ਰਾਂਸਫਰੇਬਿਲਿਟੀ ਹੈਗੀ, ਆਪਾਂ ਦੂਜੇ ਨੂੰ ਵੇਚਣਾ ਹੈ, ਉਹ ਆਪਾਂ ਤਾਂ ਹੀ ਵੇਚ ਸਕਦੇ ਹਾਂ ਜੇਕਰ ਆਪਾਂ ਸੈਕਸ਼ਨ 56 ਤੇ ਆਰਟੀਕਲ ਆਫ ਐਸੋਸੀਏਸ਼ਨ ਨੂੰ ਕੰਪਲਾਈ ਕਰ ਲੈਂਦੇ ਹਾਂ। ਜੇ ਆਪਾਂ ਉਹਨੂੰ ਕੰਪਲਾਈ ਨਹੀਂ ਕਰਦੇ ਤਾਂ ਆਪਾਂ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ, ਸ਼ੇਅਰ ਨੂੰ ਨਹੀਂ ਵੇਚ ਸਕਦੇ। ਦੇਖੋ, ਆਪਾਂ ਜੂਰਿਸਪ੍ਰੂਡੈਂਸ ਦੇ ਵਿੱਚ ਇਹ ਗੱਲ ਪੜ੍ਹੀ ਹੈ ਵੀ ਪ੍ਰਾਪਰਟੀ ਹੋਰ ਕੁਝ ਨਹੀਂ ਹੁੰਦੀ ਬਲਕਿ ਇਟ ਇਜ਼ ਜਸਟ ਦੀ ਬੰਡਲ ਆਫ ਰਾਈਟਸ। ਓਕੇ, ਸੋ ਵੈਨ ਯੂ ਟ੍ਰਾਂਸਫਰ ਦੀ ਕੰਪਲੀਟ ਬੰਡਲ ਆਫ ਰਾਈਟਸ as well as the liabilities to another person, it is considered you have transferred the ownership of the property. Okay, and same position is the here also. If we want to make the transfer of the share, we can only make the absolute transfer. Okay, ਕਹਿਣ ਤੋਂ ਭਾਵ ਐਬਸੋਲਿਊਟ ਟ੍ਰਾਂਸਫਰ ਤੋਂ ਸਿਰਫ ਤੇ ਸਿਰਫ ਆਪਾਂ ਓਨਰਸ਼ਿਪ ਜਾਂ ਫਿਰ ਮਾਲਕਾਨਾ ਹੱਕ ਨੂੰ ਹੀ ਅੱਗੇ ਟ੍ਰਾਂਸਫਰ ਕਰ ਸਕਦੇ ਹਾਂ। ਠੀਕ ਹੈ ਜੀ, ਮਾਲਕਾਨਾ ਹੱਕ ਤੋਂ ਘੱਟ ਜਿਹੜਾ ਹੈਗਾ ਉਹ ਟ੍ਰਾਂਸਫਰ ਆਪਾਂ ਨਹੀਂ ਕਰ ਸਕਦੇ। ਓਕੇ, ਆ ਦੇਖੋ
The right of the shareholder to transfer his shares is absolute and in the nature of the ownership and is very inherent in the ownership of the property, okay, and which is subject to the provisions of the act, that is of the 2013, as well as the restrictions laid down under the articles, okay. Shares are in the nature of the peculiar kind of the movable property and cannot pass from one person to another. The property in the shares belong to the registered shareholders and cannot be transferred to another except according to the articles of the association. So, in order to be valid transfer of the shares, it should be accompanied by the articles of the association as well as the mandatory provisions of section 56. ਠੀਕ ਹੈ ਜੀ। ਜੇਕਰ ਆਪਾਂ ਇਹਨੂੰ ਵੈਲਿਡ ਬਣਾਉਣਾ ਹੈ ਤਾਂ ਸੈਕਸ਼ਨ 56 ਨੂੰ 56 ਨੂੰ ਤੇ ਆਰਟੀਕਲ ਆਫ ਐਸੋਸੀਏਸ਼ਨ ਨੂੰ ਮੰਨਣਾ ਜਿਹੜਾ ਹੈ ਉਹ ਲਾਜ਼ਮੀ ਹੈ, ਠੀਕ ਹੈ ਜੀ। It should be remembered that there is no any kind of restriction so far as the transferability of the shares is concerned in the articles of the association. Article of association ਦੇ ਜਿਹੜੇ ਕੰਪਨੀ ਦੇ ਉਹ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਾਉਂਦੇ ਕਿ ਇਸ ਪ੍ਰੋਪਰਟੀ ਨੂੰ ਤੁਸੀਂ ਟਰਾਂਸਫਰ ਨਹੀਂ ਕਰ ਸਕਦੇ, ਸ਼ੇਅਰ ਨੂੰ ਟਰਾਂਸਫਰ ਨਹੀਂ ਕਰ ਸਕਦੇ, ਬਲਕਿ ਸਹੀ ਪਿਕਚਰ ਤਾਂ ਇਹ ਹੈ, ਪੋਜੀਸ਼ਨ ਇਹ ਹੈ ਕਿ ਜਿਹੜੀ ਪ੍ਰੋਪਰਟੀ ਸ਼ੇਅਰ ਦੇ ਵਿੱਚ ਹੈਗੀ ਆ, ਕੋਈ ਵੀ ਜਿਹੜਾ ਉਹਦਾ ਸ਼ੇਅਰ ਹੋਲਡਰ ਹੈ ਯਾਨੀ ਕਿ ਸ਼ੇਅਰ ਦਾ ਮਾਲਕ ਹੈ, ਉਹ ਪ੍ਰੋਪਰਟੀ ਨੂੰ ਅੱਗੇ ਉਸੇ ਢੰਗ ਨਾਲ ਵੇਚ ਸਕਦਾ ਹੈ ਜਿਵੇਂ ਉਹ ਆਪਦੀ ਕਿਸੇ ਹੋਰ ਪ੍ਰੋਪਰਟੀ ਨੂੰ, ਹੋਰ ਸੰਪत्ति ਨੂੰ ਅੱਗੇ ਵੇਚ ਸਕਦਾ ਹੈ, ਉਹਨੂੰ ਟਰਾਂਸਫਰ ਕਰ ਸਕਦਾ ਹੈ, ਠੀਕ ਹੈ ਜੀ। ਪਰ ਇੱਥੇ ਇਹ ਗੱਲ ਧਿਆਨ ਦੇ ਵਿੱਚ ਰੱਖਣ ਯੋਗ ਹੈ ਕਿ ਜਿਹੜੀ ਟਰਾਂਸਫਰੇਬਿਲਿਟੀ ਹੈਗੀ ਆ ਉਹ ਕਿਸੇ ਨੂੰ ਡਿਫਰੋਡ ਕਰਨ ਦੀ ਨੀਅਤ ਦੇ ਨਾਲ ਨਾ ਹੋਵੇ। ਇਟ ਸ਼ੁੱਡ ਬੀ ਮੇਡ ਵਿਦ ਬੋਨਾਫਾਈਡ, ਓਕੇ। ਜੇ ਕਿਸੇ ਸ਼ੇਅਰ ਹੋਲਡਰ ਨੂੰ ਇਸ ਗੱਲ ਦੇ ਬਾਰੇ ਜਾਣਕਾਰੀ ਦੇ ਰਾਹੀਂ ਪਤਾ ਲੱਗਦਾ ਹੈ ਜਾਂ ਕਿਸੇ ਵੀ ਢੰਗ ਨਾਲ ਉਹਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਕੰਪਨੀ ਦੇ ਵਿੱਚ ਜਿਹੜੇ ਸ਼ੇਅਰ ਮੇਰੇ ਨਾਂ 'ਤੇ ਹਨ ਉਹਨਾਂ ਦੀ ਕੀਮਤ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਘਟ ਸਕਦੀ ਹੈ, ਤਾਂ ਉਹ ਪਰਸਨ ਦੂਜੇ ਨੂੰ ਇਹਨਾਂ ਸ਼ੇਅਰਸ ਨੂੰ ਜਾਂ ਇਸ ਸ਼ੇਅਰ ਨੂੰ ਟਰਾਂਸਫਰ ਕਰ ਸਕਦਾ ਹੈ। ਅਤੇ ਇਸ ਤਰ੍ਹਾਂ ਕਰਕੇ ਜਿਹੜੀ ਸ਼ੇਅਰ ਦੀ ਟਰਾਂਸਫਰੇਬਿਲਿਟੀ ਹੋਊਗੀ ਜਾਂ ਓਨਰ ਹੋਊਗਾ, ਉਹਦਾ ਜਿਹੜਾ ਟਰਾਂਸਫਰੀ ਹੋਊਗਾ ਉਹ ਸਹੀ ਉਹਦਾ ਮਾਲਕ ਹੋਊਗਾ, ਕਿਉਂਕਿ ਜਿਹੜਾ ਪਰਸਨ ਸ਼ੇਅਰ ਨੂੰ ਸੇਲ ਕਰ ਰਿਹਾ ਹੈ ਹੀ ਇਜ਼ ਨਾਟ ਡਿਊਟੀ ਬਾਊਂਡ ਟੂ ਡਿਸਕਲੋਜ਼ ਦੀ ਨੇਚਰ ਔਰ ਦੀ ਮਾਰਕੀਟ ਵੈਲਿਊ ਆਫ ਦੀ ਸ਼ੇਅਰਸ ਵਿਚ ਦੀ ਪ੍ਰੋਸਪੈਕਟਿਵ ਓਨਰ ਇਜ਼ ਔਰ ਦੀ ਸ਼ੇਅਰ ਹੋਲਡਰ ਇਜ਼ ਗੋਇੰਗ ਟੂ ਪਰਚੇਜ਼ ਫਰੋਮ ਹਿਮ, ਓਕੇ। ਜੇਕਰ ਕਿਸੇ ਇੱਕ ਸ਼ੇਅਰ ਦੇ ਦੋ ਮਾਲਕ ਹੋਣ, ਸਪੋਜ਼ ਦੇਅਰ ਇਜ਼ ਜੁਆਇੰਟ ਓਨਰਸ਼ਿਪ ਇਨ ਰਿਸਪੈਕਟ ਆਫ ਅ ਸਿੰਗਲ ਸ਼ੇਅਰ, ਓਕੇ। ਜੇ ਇੱਕ ਸ਼ੇਅਰ ਦੇ ਦੋ ਮਾਲਕ ਹੋਣ ਅਤੇ ਉਹ ਆਪਦੇ ਸ਼ੇਅਰ ਨੂੰ ਅਲੱਗ ਕਰਨਾ ਚਾਹੁੰਦੇ ਹੋਣ ਤਾਂ ਇਹਦਾ ਮਤਲਬ ਇਹ ਹੋਊਗਾ ਕਿ ਇਹ ਜਿਹੜੀ ਉਹਨਾਂ ਦੀ ਸਵੇਅਰਿੰਗ ਆਫ ਦੀ ਸ਼ੇਅਰਸ ਹੈਗੀ ਆ, ਇਹ ਅਲੱਗ ਸੈਪਰੇਸ਼ਨ ਕਰਨ ਦੀ ਜਿਹੜੀ ਉਹਨਾਂ ਦੀ ਗੱਲ ਹੈਗੀ ਆ, ਇਹ ਟਰਾਂਸਫਰ ਦੇ ਰਾਹੀਂ ਹੀ ਪੋਸੀਬਲ ਹੈ, okay. In order to be a valid, it should be supported by the valid transfer deed from both of these persons, okay. One should purchase and the another one should sell. Next we are going to discuss the provisions of section 56 of the Companies Act, that is the 2013, that stipulates that unless a proper instrument of the transfer duly stamped and executed by or on behalf of the transferor as well as by or on behalf of the transferee and specifying the name, address, occupation if any of the transferee has been delivered to the company along with the certificate of the shares or debentures, or if there is no any kind of the certificate in existence in the form of the share certificate or the debenture certificate, it should be supported, it should be appended with the allotment of the share certificate, or sorry the letter of the allotment, okay. ਜੇਕਰ ਕੋਈ ਪਰਸਨ ਆਪਦੇ ਸ਼ੇਅਰ ਨੂੰ ਵੈਲਿਡ ਢੰਗ ਦੇ ਨਾਲ ਟਰਾਂਸਫਰ ਕਰਨਾ ਚਾਹੁੰਦਾ ਹੈ, ਠੀਕ ਹੈ ਜੀ, ਉਹ ਟਰਾਂਸਫਰ ਤਾਂ ਹੀ ਪੋਸੀਬਲ ਹੈ ਜੇਕਰ ਪਰਸਨ ਨੇ ਡਾਕੂਮੈਂਟ ਨੂੰ ਢੰਗ ਨਾਲ ਸਟੈਂਪ ਕਰ ਲਿਆ ਹੈ, ਉਹ 'ਤੇ ਮੋਹਰਾਂ ਲਾ ਲਈਆਂ ਹਨ, ਯਾਨੀ ਕਿ ਸਟੈਂਪ ਪੇਪਰ ਉਹਨੂੰ ਬਣਾ ਲਿਆ ਹੈ, ਠੀਕ ਹੈ ਜੀ, ਅਤੇ ਉਹਨੂੰ ਐਗਜ਼ੀਕਿਊਟ ਕਰ ਲਿਆ ਹੈ ਭਾਵ ਕਿ ਯਾਨੀ ਕਿ ਉਹਨਾਂ ਨੇ ਆਪੋ ਆਪਣੇ ਸਿਗਨੇਚਰ ਕਰ ਦਿੱਤੇ ਨੇ, ਇੱਕ ਟਰਾਂਸਫਰ ਨੇ ਇੱਕ ਟਰਾਂਸਫਰੀ ਨੇ, ਅਤੇ ਇਹਦੇ ਨਾਲ ਉਹਨਾਂ ਨੇ ਆਪਣਾ ਨਾਂ, ਠੀਕ ਹੈ ਜੀ, ਐਡਰੈਸ, ਆਕੂਪੇਸ਼ਨ ਵਗੈਰਾ ਈਚ ਐਂਡ ਐਵਰੀ ਡਿਟੇਲ ਨੂੰ ਉੱਤੇ ਡਾਕੂਮੈਂਟ 'ਤੇ ਮੈਂਸ਼ਨ ਕਰ ਦਿੱਤਾ ਗਿਆ ਹੈ, ਠੀਕ ਹੈ। ਅਤੇ ਇਸ ਦੇ ਨਾਲ ਸ਼ੇਅਰ ਸਰਟੀਫਿਕੇਟ ਜਾਂ ਫਿਰ ਡਿਬੈਂਚਰ ਸਰਟੀਫਿਕੇਟ ਨੂੰ ਉਹਦੇ ਨਾਲ ਅਟੈਚ ਕਰ ਦਿੱਤਾ ਗਿਆ ਹੈ। ਜੇਕਰ ਇਹ ਸਰਟੀਫਿਕੇਟ ਹੋਂਦ ਦੇ ਵਿੱਚ ਨਹੀਂ ਹਨ, ਯਾਨੀ ਕਿ ਉਹਨਾਂ ਤੋਂ ਮਿਸਪਲੇਸ ਹੋ ਚੁੱਕੇ ਹਨ ਜਾਂ ਜਿਵੇਂ ਵੀ ਉਹਨਾਂ ਕੋਲ ਨਹੀਂ ਹੈਗੇ ਮੌਜੂਦ, ਤਾਂ ਇਸ ਦੇ ਨਾਲ ਲੈਟਰ ਆਫ ਅਲੋਟਮੈਂਟ ਨੂੰ ਨਾਲ ਨੱਥੀ ਕਰਨਾ ਲਾਜ਼ਮੀ ਹੈ।
ਜੇਕਰ ਇਸ ਤਰ੍ਹਾਂ ਕੁਛ ਨਹੀਂ ਹੁੰਦਾ ਹੈ ਤਾਂ ਸ਼ੇਅਰ ਨੂੰ ਆਪਾਂ ਟ੍ਰਾਂਸਫਰ ਨਹੀਂ ਕਰ ਸਕਦੇ। ਸੋ section 56 or the provisions that are contained under section 56 are mandatory in nature. If we want to, if any person or any shareholder wants to make the transfer of the share, okay, without the help of these provisions or without the compliance of these provisions, that kind of the transfer will not be taken as a valid. Okay, if any kind of the transfer is to be valid, then the mandatory provisions in the form of section 56 are to be complied with. ਜਿੰਨਾ ਚਿਰ ਸੈਕਸ਼ਨ 56 ਦੀਆਂ ਲਿਖੀਆਂ ਹੋਈਆਂ ਸ਼ਰਤਾਂ ਨੂੰ ਮੰਨ ਨਹੀਂ ਲਿਆ ਜਾਂਦਾ, ਉਹਨਾਂ ਚਿਰ ਕੋਈ ਵੀ ਪਰਸਨ ਜਿਹੜਾ ਟ੍ਰਾਂਸਫਰੀ ਹੈ ਸ਼ੇਅਰ ਦਾ ਉਹਦਾ ਮਾਲਕ ਨਹੀਂ ਬਣੂਗਾ। ਠੀਕ ਹੈ ਜੀ, ਕੋਈ ਵੀ ਰਜਿਸਟ੍ਰੇਸ਼ਨ ਇਸ ਤਰ੍ਹਾਂ ਦੇ ਡਾਕੂਮੈਂਟ ਦੀ ਨਹੀਂ ਹੋਊਗੀ ਜਿੰਨਾ ਚਿਰ ਸੈਕਸ਼ਨ 56 ਨੂੰ ਕੰਪਲਾਈ ਨਹੀਂ ਕਰ ਲਿਆ ਜਾਂਦਾ। ਠੀਕ ਹੈ, ਔਰ ਜਿਹੜੇ ਡਾਕੂਮੈਂਟ ਦਾ ਸੰਬੰਧ ਟ੍ਰਾਂਸਫਰ ਆਫ ਸ਼ੇਅਰ ਦੇ ਨਾਲ ਹੈ। ਠੀਕ ਹੈ ਜੀ, ਜੇ ਕੋਈ ਅਮਾਊਂਟ ਅਨਪੇਡ ਹੈ ਕਿਸੇ ਸ਼ੇਅਰ ਦੇ, ਠੀਕ ਹੈ ਜੀ, ਜਾਂ ਕੋਈ ਹੋਰ ਲਾਇਬਿਲਿਟੀ ਹੈਗੀ ਆ ਸ਼ੇਅਰ ਹੋਲਡਰ ਦੀ, ਇਟ ਵਿਲ ਰਿਮੇਨ ਇੰਟੈਕਟ, ਉਹ ਸੇਮ ਰਹੂਗੀ ਅਤੇ ਕੋਈ ਵੀ ਵੈਲਿਡ ਟ੍ਰਾਂਸਫਰ ਨਹੀਂ ਹੋਊਗੀ ਸ਼ੇਅਰ ਦੀ ਕਿਸੇ ਟ੍ਰਾਂਸਫਰੀ ਨੂੰ, ਅਤੇ ਉਹਦੀ ਲਾਇਬਿਲਿਟੀ ਵੀ ਕੋਈ ਨਹੀਂ ਹੋਊਗੀ ਟ੍ਰਾਂਸਫਰੀ ਦੀ। ਓਕੇ, ਨਿਊ ਸ਼ੇਅਰ ਹੋਲਡਰ। ਅੱਗੇ ਕੀ ਹੈ ਕਿ ਸਧਾਰਨ ਰੂਪ ਦੇ ਵਿੱਚ ਕੀ ਹੋਇਆ ਕਰਦਾ ਹੈ ਕਿ ਜਿਹੜਾ ਟ੍ਰਾਂਸਫਰੀ ਪਰਸਨ ਹੈ ਉਹੀ ਡਾਕੂਮੈਂਟ ਨੂੰ ਯਾਨੀ ਕਿ ਇੰਸਟਰੂਮੈਂਟ ਨੂੰ ਟ੍ਰਾਂਸਫਰ ਕਰਨ ਦੇ ਲਈ ਪਰਸੂ ਕਰ ਸਕਦਾ ਹੈ, ਪਰ ਕਈ ਹਾਲਾਤਾਂ ਦੇ ਵਿੱਚ ਜਿਹੜਾ ਟ੍ਰਾਂਸਫਰਰ ਹੈ ਦੈਟ ਇਜ਼ ਦੀ ਪ੍ਰੈਜ਼ੈਂਟ ਓਨਰ ਆਫ ਦੀ ਸ਼ੇਅਰਸ, ਦੈਟ ਇਜ਼ ਦੀ ਸ਼ੇਅਰ ਹੋਲਡਰ ਮੇ ਆਲਸੋ ਮੇਕ ਡਾਕੂਮੈਂਟ ਔਰ ਮੇ ਆਲਸੋ ਪ੍ਰੈਜ਼ੈਂਟ ਦੀ document or instrument for the transfer of the shares. Okay, the instrument of the transfer of the shares should particularly state that what are the number of the shares which are going to be transferred, the number of the shares and the stock exchange on which these shares are listed. ठीक है जी, ਸ਼ੇਅਰ ਦੀ ਗਿਣਤੀ ਕਿੰਨੀ ਹੈਗੀ ਆ, 100 ਆ, 200 ਆ, 300 ਆ, ਜਿੰਨੇ ਵੀ ਆ ਉਹਨੂੰ ਮੈਂਸ਼ਨ ਕਰਨਾ ਲਾਜ਼ਮੀ ਹੈ। ਅਤੇ 100 ਜਿੰਨੇ ਵੀ ਸ਼ੇਅਰ ਟ੍ਰਾਂਸਫਰ ਹੋ ਰਹੇ ਆ, 150 ਜਿੰਨੇ ਵੀ ਹੈਗੇ ਆ, ਉਹਨਾਂ ਦਾ ਇੱਕ ਪਰਟੀਕੂਲਰ ਡਿਸਟਿੰਕਟ ਨੰਬਰ ਹੋਊਗਾ ਸ਼ੇਅਰ ਸਰਟੀਫਿਕੇਟ ਦਾ, ਉਹ ਇੱਥੇ ਮੈਂਸ਼ਨ ਕਰਨਾ ਲਾਜ਼ਮੀ ਹੈ। ਇਹਦੇ ਨਾਲ ਨਾਲ ਸਟਾਕ ਐਕਸਚੇਂਜ ਦੇ ਉੱਪਰ ਵੀ ਇਹ ਜਿਹੜੇ ਸ਼ੇਅਰਸ ਹੋਇਆ ਕਰਦੇ ਨੇ ਉਹ ਲਿਸਟਡ ਹੋਇਆ ਕਰਦੇ ਨੇ। ਠੀਕ ਹੈ ਜੀ, ਉਹ ਸਟਾਕ ਐਕਸਚੇਂਜ ਦਾ ਨਾਮ ਵੀ ਦੱਸਣਾ ਲਾਜ਼ਮੀ ਹੈ ਕਿ ਕਿਹੜੀ ਸਟਾਕ ਐਕਸਚੇਂਜ ਦੇ ਵਿੱਚ ਇਹ ਜਿਹੜੇ ਸ਼ੇਅਰਸ ਹੈਗੇ ਆ ਉਹ ਲਿਸਟਡ ਕੀਤੇ ਗਏ ਨੇ। ਠੀਕ ਹੈ ਜੀ, ਅੱਗੇ ਗੱਲ ਇਹ ਵੀ ਲਾਜ਼ਮੀ ਹੈਗੀ ਆ ਵੀ ਜਦੋਂ ਵੀ ਕੋਈ ਸਟੈਂਪ ਫਿਕਸ ਕੀਤੀ ਜਾਂਦੀ ਹੈ ਕਿਸੇ ਟ੍ਰਾਂਸਫਰ ਇੰਸਟਰੂਮੈਂਟ 'ਤੇ, ਇਟ ਸ਼ੁੱਡ ਬੀ ਡਿਫੇਸਡ ਔਰ ਕੈਂਸਲਡ। ਇਨ ਆਰਡਰ ਟੂ ਬੀ ਇਫੈਕਟਿਵ ਇਟ ਸ਼ੁੱਡ ਬੀ ਡਿਫੇਸਡ ਔਰ ਕੈਂਸਲਡ। ਜਿੰਨਾ ਚਿਰ ਇਹ ਕੈਂਸਲ ਨਹੀਂ ਹੋਊਗੀ, ਇਹ ਜਿਹੜੀ ਸਟੈਂਪ ਹੈਗੀ ਆ ਜਾਂ ਇਹ ਜਿਹੜਾ ਸਟੈਂਪ ਪੇਪਰ ਹੈਗਾ, ਕਿਸੇ ਵੀ ਟ੍ਰਾਂਸਫਰ ਆਫ ਸ਼ੇਅਰ ਨੂੰ ਪੋਸੀਬਲੀ ਇੱਥੇ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ, ਆ ਦੇਖੋ, ਕੰਪਨੀ ਟ੍ਰਿਬਿਊਨਲ ਹੈਲਡ ਦੈਟ ਦੀ ਕੰਪਨੀਜ਼ ਐਕਸ਼ਨ ਵਾਜ਼ ਜਸਟੀਫਾਈਡ ਐਜ਼ ਦੇਅਰ ਵਾਜ਼ ਇਨੀਸ਼ੀਅਲ ਨੈਗਲੀਜੈਂਸ ਔਨ ਦੀ ਪਾਰਟ ਆਫ ਦੀ ਐਪਲੈਂਟਸ ਨਾਟ ਡਿਫੇਸਿੰਗ ਔਰ ਕੈਂਸਲਿੰਗ ਦੀ ਸਟੈਂਪਸ ਐਂਡ ਇਨ ਸੱਚ ਕੇਸ ਆਫ ਦੀ ਸਰਕਮਸਟਾਂਸਿਸ ਦੀ ਵੈਲਿਡ ਟ੍ਰਾਂਸਫਰ ਕੈਨ ਨਾਟ ਬੀ ਅਫੈਕਟਡ ਟੂ। ਜੇ ਕੰਪਨੀ ਟ੍ਰਿਬਿਊਨਲ ਨੇ ਇਹ ਗੱਲ ਕਹੀ ਹੈ, ਜੇਕਰ ਕੋਈ ਵੀ ਇਸ ਤਰ੍ਹਾਂ ਦੀ ਕੁਤਾਹੀ ਹੁੰਦੀ ਹੈ, ਨੈਗਲੀਜੈਂਸ ਹੁੰਦੀ ਹੈ, ਯਾਨੀ ਕਿ ਕਹਿਣ ਦਾ ਭਾਵ ਜਿਹੜੇ ਸਟੈਂਪ ਲੱਗੀਆਂ ਗਈਆਂ ਨੇ ਉਹਨਾਂ ਨੂੰ ਕੈਂਸਲ ਨਹੀਂ ਕੀਤਾ ਜਾਂਦਾ, ਤਾਂ ਕੋਈ ਵੀ ਵੈਲਿਡ ਜਿਹੜੀ ਟ੍ਰਾਂਸਫਰ ਹੈਗੀ ਆ ਸ਼ੇਅਰਸ ਦੀ ਉਹ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਅੱਗੇ ਗੱਲ ਇਹ ਵੀ ਧਿਆਨ ਰੱਖਣ ਯੋਗ ਹੈ ਕਿ ਜੇ ਟ੍ਰਾਂਸਫਰ ਹੋ ਗਈ ਹੈ ਕਿਸੇ ਸ਼ੇਅਰ ਦੀ ਤਾਂ ਉਹਨੂੰ ਪ੍ਰਜ਼ਿਊਮ ਕੀਤਾ ਜਾਊਗਾ ਕਿ ਇਹ ਵੈਲਿਡ ਹੈਗੀ ਆ। ਠੀਕ ਹੈ, ਅੱਗੇ ਹੈ ਦੀ ਟ੍ਰਾਂਸਫਰ ਇੰਸਟਰੂਮੈਂਟ ਸ਼ੁੱਡ ਬੀ ਡਿਲੀਵਰਡ ਟੂ ਦੀ ਕੰਪਨੀ ਅਲੋਂਗ ਵਿਦ ਦੀ ਰੈਲੇਵੈਂਟ ਸ਼ੇਅਰ ਸਰਟੀਫਿਕੇਟ ਆਲਸੋ। ਇਹ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਸ਼ੇਅਰ ਸਰਟੀਫਿਕੇਟ ਨਾਲ ਦੇਣਾ ਲਾਜ਼ਮੀ ਹੈ, ਜੇਕਰ ਨਹੀਂ ਦਿੱਤਾ ਜਾਊਗਾ, ਠੀਕ ਹੈ, ਤਾਂ ਕੋਈ ਵੀ ਵੈਲਿਡ ਟ੍ਰਾਂਸਫਰ ਨਹੀਂ ਹੋਊਗੀ। ਪਰ ਜਿਹੜੀ ਪ੍ਰੋਵਾਈਜ਼ੋ ਹੈਗੀ ਆ ਸੈਕਸ਼ਨ 56 of the 2013 provides that if transfer instrument has been lost, ਜੇ ਟ੍ਰਾਂਸਫਰ ਇੰਸਟਰੂਮੈਂਟ ਜਿਹੜਾ ਹੈਗਾ ਗੁਆਚ ਗਿਆ ਹੈ, the company may register the transfer on the terms as to the indemnity as the board of directors may decide, okay, as they deem fit. In the absence of the share certificate, the letter of the allotment should be sent to the company along with the transfer instrument. ਠੀਕ ਹੈ ਜੀ, ਜੇ ਸ਼ੇਅਰ ਸਰਟੀਫਿਕੇਟ ਗੁਆਚ ਚੁੱਕਾ ਹੈ, ਠੀਕ ਹੈ, ਤਾਂ ਜਿਹੜੀ ਕੰਪਨੀ ਹੈਗੀ ਆ ਉਹ
ਫਿਰ ਵੀ ਸ਼ੇਅਰ ਨੂੰ ਟ੍ਰਾਂਸਫਰ ਕਰ ਦੂਗੀ, ਪਰ ਸ਼ਰਤ ਇਹ ਹੈ ਕਿ ਕੰਪਨੀ ਜਿਹੜੀ ਹੈਗੀ ਆ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਇੰਡੈਮਨਿਟੀ ਬੌਂਡ ਲਊਗੀ। ਠੀਕ ਹੈ ਜੀ, ਕਿਸ ਪਰਸਨ ਤੋਂ? ਜਿਹੜੇ ਪਰਸਨ ਦੇ ਉਹ ਸ਼ੇਅਰ ਸਨ, ਤਾਂ ਕਿ ਕਿਸੇ ਵੀ ਪਰਸਨ ਦੇ ਨਾਲ ਕੋਈ ਮਤਲਬ ਕਿ ਅਧਿਕਾਰ ਦੇ ਨਾਲ ਉਹਦੇ ਛੇੜਖਾਨੀ ਨਾ ਹੋਵੇ, ਉਹਨੂੰ ਡਿਫਰੌਡ ਨਾ ਕੀਤਾ ਜਾਵੇ। ਠੀਕ ਹੈ ਜੀ, ਤਾਂ ਇੰਸਟਰੂਮੈਂਟ ਆਫ ਟ੍ਰਾਂਸਫਰ ਇਨ ਦੀ ਪ੍ਰਸਕ੍ਰਾਈਬਡ ਫਾਰਮ ਬਿਫੋਰ ਬੀਇੰਗ ਸਾਈਨਡ ਬਾਈ ਦੀ ਟ੍ਰਾਂਸਫਰਰ ਸ਼ੁੱਡ ਬੀ ਪ੍ਰੈਜ਼ੈਂਟਡ to the prescribed authority which will stamp or otherwise endorse the instrument the date on which it is so presented। ਇਸ ਤੋਂ ਪਹਿਲਾਂ ਕਿ ਟ੍ਰਾਂਸਫਰ ਹੋਵੇ, ਠੀਕ ਹੈ ਜੀ, ਜਿਹੜਾ ਇੰਸਟਰੂਮੈਂਟ ਹੋਊਗਾ ਉਹਨੂੰ ਇੱਕ ਪ੍ਰਸਕ੍ਰਾਈਬਡ ਅਥਾਰਟੀ ਦੇ ਕੋਲੇ ਸਾਹਮਣੇ ਪੇਸ਼ ਕੀਤਾ ਜਾਊਗਾ ਤਾਂ ਕਿ ਉਹ ਡਿਸਾਈਡ ਕਰ ਸਕੇ ਕਿ ਇਹ ਠੀਕ ਹੈ। ਜਦੋਂ ਕੰਪਨੀ ਦੇ ਪਾਸ ਇਹ ਇੰਸਟਰੂਮੈਂਟ ਨੂੰ ਪੇਸ਼ ਕੀਤਾ ਜਾਊਗਾ ਤਾਂ ਕੰਪਨੀ ਸਭ ਤੋਂ ਪਹਿਲਾਂ ਇਸ ਗੱਲ ਨੂੰ ਸਕਰੂਟਨਾਈਜ਼ ਕਰਨ ਦੀ ਕੋਸ਼ਿਸ਼ ਕਰੂਗੀ ਵੀ ਇਹਦੇ ਵਿੱਚ ਕੋਈ ਕਮੀ ਤਾਂ ਨਹੀਂ ਹੈ। ਜੇਕਰ ਕੋਈ ਕਮੀ ਹੈ ਤਾਂ ਉਹਨੂੰ ਠੀਕ ਕੀਤਾ ਜਾਊਗਾ। ਓਕੇ, ਇਟ ਹੈਜ਼ ਟੂ ਬੀ ਐਟ ਦੀ ਫਸਟ ਸਟੇਜ ਟੂ ਬੀ ਸਕਰੂਟਨਾਈਜ਼ਡ। ਓਕੇ, ਦ ਇੰਸਟਰੂਮੈਂਟ ਇਜ਼ ਟੂ ਬੀ ਚੈੱਕਡ ਥੋਰੋਲੀ। ਸਕਰੂਟਨਾਈਜ਼ ਦਾ ਭਾਵ ਹੈ ਕਿ ਜਿਹੜਾ ਇੰਸਟਰੂਮੈਂਟ ਹੈ, ਜਿਹੜਾ ਡਾਕੂਮੈਂਟ ਹੈ, ਉਹਨੂੰ ਧਿਆਨ ਨਾਲ ਦੇਖਿਆ ਜਾਊਗਾ, ਬੜੀ ਗੌਰ ਦੇ ਨਾਲ ਦੇਖਿਆ ਜਾਊਗਾ। ਜੇਕਰ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਓਕੇ, ਵੇਅਰ ਅੱਛਾ, ਇੱਕ ਜਿਹੜਾ ਨੋਟਿਸ ਹੈਗਾ ਉਹ ਵੀ ਟ੍ਰਾਂਸਫਰੀ ਨੂੰ ਦੇਣਾ ਲਾਜ਼ਮੀ ਹੈ। ਠੀਕ ਹੈ ਜੀ, ਕਿ ਜਿਹੜਾ ਉਹਦਾ ਬੈਲੈਂਸ ਅਮਾਊਂਟ ਹੈਗੀ ਹੈ ਸ਼ੇਅਰ ਦੀ, ਜਿਹੜੇ ਕਿ ਉਹ ਅਨਪੇਡ ਇਨ ਕੇਸ ਅਨਪੇਡ ਸ਼ੇਅਰਸ ਨੂੰ ਉਹ ਪਰਚੇਜ਼ ਕਰ ਰਿਹਾ ਹੈ, ਤਾਂ ਹੀ ਸ਼ੁੱਡ ਬੀ ਗਿਵਨ ਦੀ ਨੋਟਿਸ ਦੈਟ ਹੀ ਸ਼ੁੱਡ ਮੇਕ ਦੀ ਪੇਮੈਂਟ in respect of the balance amount on the shares। okay, where the instrument of the transfer is received from the transferee। okay, ਜੇ ਟ੍ਰਾਂਸਫਰੀ ਐਪਲੀਕੇਸ਼ਨ ਦੇ ਰਿਹਾ ਹੈ ਇੰਸਟਰੂਮੈਂਟ ਦੇ ਰੂਪ ਦੇ ਵਿੱਚ ਸ਼ੇਅਰ ਨੂੰ ਟ੍ਰਾਂਸਫਰ ਕਰਨ ਦੇ ਲਈ, ਐਂਡ ਦਾ ਸ਼ੇਅਰਸ ਆਰ ਪਾਰਟਲੀ ਪੇਡ, ਜਿਹੜੇ ਸ਼ੇਅਰਸ ਨੇ ਉਹ ਪਾਰਟਲੀ ਪੇਡ ਨੇ ਤੇ ਪਾਰਟਲੀ ਉਹ 'ਤੇ ਪੇਮੈਂਟ ਜਿਹੜੀ ਹੈਗੀ ਆ ਬਕਾਇਆ ਹੈਗੀ ਆ। The company has to send notice to the transferee to make the balance payment on the shares। okay, ਅੱਛਾ, ਇੱਕ ਗੱਲ ਇੱਥੇ ਬਹੁਤ ਇੰਪੋਰਟੈਂਟ ਇਹ ਹੈ ਕਿ ਜਦੋਂ ਵੀ देखो, बिफोर effecting transfer the company should ensure that the instrument is lodged within the period of the 60 days from that of the execution as prescribed by the provisions of the section 56 subsection 1 of the Companies Act 2013। section ਜਿਹੜਾ 56 subsection 1 ਹੈਗਾ ਕੰਪਨੀਜ਼ ਐਕਟ ਦਾ, ਉਹ ਇਹ ਗੱਲ ਕਹਿੰਦਾ ਹੈ ਕਿ ਜਦੋਂ ਡਾਕੂਮੈਂਟ ਨੂੰ ਤੁਸੀਂ ਇੰਸਟਰੂਮੈਂਟ ਨੂੰ ਤਿਆਰ ਕਰ ਲਿਆ ਉਸ ਤੋਂ, ਠੀਕ ਹੈ ਜੀ, 60 ਦਿਨਾਂ ਦੇ ਵਿੱਚ ਇਹਦੇ ਸੰਬੰਧੀ ਜਿਹੜੇ ਸ਼ੇਅਰ ਨੇ ਜਿਨ੍ਹਾਂ ਦੀ ਉਸ ਇੰਸਟਰੂਮੈਂਟ ਦੇ ਵਿੱਚ ਗੱਲ ਕੀਤੀ ਗਈ ਹੈ, ਉਹ ਜਿਹੜੇ ਸ਼ੇਅਰ ਨੇ 60 ਦਿਨਾਂ ਦੇ ਵਿੱਚ ਇੱਕ ਪਰਸਨ ਤੋਂ ਦੂਜੇ ਪਰਸਨ ਨੂੰ ਟ੍ਰਾਂਸਫਰ ਤੋਂ ਟ੍ਰਾਂਸਫਰੀ ਨੂੰ ਟ੍ਰਾਂਸਫਰ ਹੋ ਜਾਣੇ ਚਾਹੀਦੇ ਆ। ਓਕੇ, ਪਰ ਜੇ ਇਹ ਇਸ ਤਰ੍ਹਾਂ ਦੇ ਕੁਝ ਹਾਲਾਤ ਬਣ ਜਾਣ ਕਿ ਇਸ ਤਰ੍ਹਾਂ 60 ਦਿਨਾਂ ਦੇ ਵਿੱਚ ਇਹ ਟ੍ਰਾਂਸਫਰ ਪੋਸੀਬਲ ਨਾ ਹੋਵੇ, ਤਾਂ ਕੋਈ ਹਾਰਡ ਕੇਸਿਸ ਆ ਜਾਣ ਜਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਆ ਜੇ, ਤਾਂ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਆ ਇਸ ਟਾਈਮ ਨੂੰ ਵੇਵ ਕਰ ਸਕਦੀ ਹੈ, ਯਾਨੀ ਕਿ ਐਕਸਟੈਂਡ ਕਰ ਸਕਦੀ ਹੈ। ਠੀਕ ਹੈ ਜੀ, ਵੇਅਰ ਦੀ ਸ਼ੇਅਰਸ ਆਰ ਵੈਸਟਡ ਇਨ ਦੀ ਸਟੇਟ ਬਾਈ ਆਪਰੇਸ਼ਨ ਆਫ ਦੀ ਲਾਅ ਨਾਈਦਰ ਆਫ ਦੀਜ਼ ਫਾਰਮੈਲਿਟੀਜ਼ ਨੋਰ ਰੈਕਟੀਫਿਕੇਸ਼ਨ ਆਫ ਦੀ ਰਜਿਸਟਰ ਆਰ ਨੈਸੈਸਰੀ। ਜੇਕਰ ਇਹਦੀ ਟ੍ਰਾਂਸਫਰੇਬਿਲਿਟੀ ਕਿਸੇ ਸਟੇਟ ਨੂੰ ਹੋਣੀ ਹੈ ਸ਼ੇਅਰ ਦੇ ਨੂੰ, ਤਾਂ ਇਹ ਜਿਹੜੀਆਂ ਸ਼ਰਤਾਂ ਨੇ ਲਾਗੂ ਨਹੀਂ ਹੋਣਗੀਆਂ। ਵੇਅਰ ਦੀ ਸ਼ੇਅਰਸ ਆਰ ਇੰਟੈਂਡਡ ਟੂ ਬੀ ਟ੍ਰਾਂਸਫਰ ਟੂ ਦੀ ਬੋਡੀ ਕਾਰਪੋਰੇਟ ਇਟ ਸ਼ੁੱਡ ਆਲਸੋ ਅਸਰਟੇਨ ਦੀ ਸਮ ਆਫ ਦੀ ਅਦਰ ਕੰਡੀਸ਼ਨਸ ਐਜ਼ ਵੈਲ। ਸੋ ਜਿਹੜੀਆਂ ਹੋਰ ਕੰਡੀਸ਼ਨਾਂ ਨੇ, ਜੇ ਬੋਡੀ ਕਾਰਪੋਰੇਟ ਨੂੰ ਆਪਾਂ ਸ਼ੇਅਰ ਟ੍ਰਾਂਸਫਰ ਕਰਦੇ ਹਾਂ ਜਾਂ ਕਿਹੜੇ ਪਰਸਨ ਨੇ ਜਿਨ੍ਹਾਂ ਨੂੰ ਆਪਾਂ ਸ਼ੇਅਰ ਟ੍ਰਾਂਸਫਰ ਕਰਾਂਗੇ, ਉਹਦੇ ਸੰਬੰਧੀ ਵੀ ਕੁਝ ਕੰਡੀਸ਼ਨਾਂ ਨੇ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ। ਓਕੇ ਜੀ, ਥੈਂਕ ਯੂ।